डियर स्टूडेंट्स, गल हो रही है चिट्ठी पते ते आए ना। चिट्ठी तां ही पते ते आ सकती है जेकर असीं एड्रैस ठीक लिखिया होया होवे। अगर साडा एड्रैस ही सही नहीं तो चिट्ठी कदे भी पते ते पहुंच नहीं सकती। सो अज दी इस वीडियो दे विच असीं सिखांगे चिट्ठी लिखना, लैटर राइटिंग। सो अज मैं तुहानूं लैटर लिखण दा अजिहा तरीका दसूंगी। जेकर तुहानूं इंग्लिश नहीं भी आउंदी तां भी तुसीं लैटर लिख के नंबर लै सकदे हो। ते लैटर लिखना सीखण तो पहलां असीं जानदे हैं कि लैटर किहड़े-किहड़े हुंदे है। डियर स्टूडेंट्स, लैटर्स दो तरह दीयां हुंदियां। नंबर 1 फॉर्मल लैटर्स, नंबर 2 इनफॉर्मल लैटर्स। ਜਿਹੜੀਆਂ ਫਾਰਮਲ ਲੈਟਰਸ ਹੁੰਦੀਆਂ ਉਹ ਜਿਸ ਤਰ੍ਹਾਂ ਅਖਬਾਰਾਂ ਦੇ ਐਡੀਟਰਸ ਨੂੰ ਜਾਂ ਅਫਸਰਾਂ ਨੂੰ ਲਿਖੀਆਂ ਜਾਂਦੀਆਂ, ਜਾਂ ਕਿਸੇ ਹਾਇਰ ਅਥਾਰਟੀ ਨੂੰ, ਪ੍ਰਿੰਸੀਪਲ ਨੂੰ, ਜਾਂ ਕਿਸੇ ਕੰਪਨੀਆਂ ਦੇ ਮੈਨੇਜਰਸ ਨੂੰ ਲਿਖੀਆਂ ਜਾਂਦੀਆਂ, ਤਾਂ ਉਹਨਾਂ ਨੂੰ ਆਪਾਂ ਫਾਰਮਲ ਲੈਟਰਸ ਕਹਿੰਦੇ ਆ। ਇਹ ਬਿਜ਼ਨਸ ਲੈਟਰਸ ਵੀ ਹੁੰਦੀਆਂ। ਤੇ ਇਨਫਾਰਮਲ ਲੈਟਰਸ ਕਿਹੜੀਆਂ? ਉਹ ਜਿੰਨੀਆਂ ਵੀ ਸਾਡੀਆਂ ਪਰਸਨਲ ਲੈਟਰਸ ਹੈ, ਜਿਵੇਂ ਆਪਾਂ ਫਰੈਂਡਸ ਨੂੰ ਲਿਖੀਏ ਜਾਂ ਰਿਲੇਟਿਵਸ ਨੂੰ ਲਿਖੀਏ, ਤਾਂ ਉਹ ਸਾਰੀਆਂ ਦੀਆਂ ਸਾਰੀਆਂ ਹੀ ਇਨਫਾਰਮਲ ਲੈਟਰਸ ਹੁੰਦੀਆਂ। ਅੱਜ ਕੱਲ੍ਹ ਕਿਉਂਕਿ ਮੋਬਾਈਲ ਦਾ ਜ਼ਮਾਨਾ ਹੈ, ਇਸ ਕਰਕੇ ਇਨਫਾਰਮਲ ਲੈਟਰਸ ਬਹੁਤ ਹੀ ਘੱਟ ਹੁੰਦੀਆਂ। ਬਸ ਜ਼ਿਆਦਾ ਤੋਂ ਜ਼ਿਆਦਾ ਇਹ ਐਗਜ਼ਾਮ ਵਗੈਰਾ ਦੇ ਵਿੱਚ ਪੁੱਛ ਲਈਆਂ ਜਾਂਦੀਆਂ। ਅਦਰਵਾਈਜ਼ ਇਹਨਾਂ ਦਾ ਟ੍ਰੈਂਡ ਹੁਣ ਬਿਲਕੁਲ ਘੱਟ ਗਿਆ ਮੋਬਾਈਲ ਆਉਣ ਦੇ ਨਾਲ। ਲੈਟਰ ਲਿਖਣ ਲੱਗਿਆਂ ਅਸੀਂ ਦੋ ਗੱਲਾਂ ਦਾ ਧਿਆਨ ਰੱਖਣਾ ਹੈ ਕਿ ਜਿਹੜੀ ਅਸੀਂ ਲੈਟਰ ਲਿਖਣ ਲੱਗੇ ਹਾਂ ਉਹ ਅਸੀਂ ਕਿਸ ਨੂੰ ਲਿਖਣੀ ਹੈ, ਤੇ ਨੰਬਰ 2 ਉਹ ਲੈਟਰ ਕਿਸ ਬਾਰੇ ਲਿਖਣੀ ਹੈ। ਤਾਂ ਸਭ ਤੋਂ ਪਹਿਲਾਂ ਆਪਾਂ ਇੱਕ ਕੁਐਸਚਨ ਪੜ੍ਹਦੇ ਹਾਂ ਤੇ ਇੱਥੋਂ ਹੀ ਆਪਾਂ ਜਾਣਦੇ ਹਾਂ ਲੈਟਰ ਲਿਖਣ ਦਾ ਤਰੀਕਾ। ਇਮੈਜਿਨ ਯੂ ਆਰ ਹਰਮਨ, ਯੂ ਲਿਵ ਐਟ 1802 ਗ੍ਰੈਂਡ ਐਵਨਿਊ ਮੋਹਾਲੀ। ਰਾਈਟ a letter to the editor of a newspaper expressing your views on the growing use of unfair means in the examinations these days। ਸੋ ਕੁਐਸਚਨ ਕੀ ਹੈ ਜੀ ਕਿ ਮੰਨ ਲਓ ਕਿ ਤੁਹਾਡਾ ਨਾਮ ਹਰਮਨ ਹੈ ਤੇ ਤੁਸੀਂ 1802 ਗ੍ਰੈਂਡ ਐਵਨਿਊ ਮੋਹਾਲੀ ਦੇ ਵਿੱਚ ਰਹਿੰਦੇ ਹੋ। ਤੁਸੀਂ ਅਖਬਾਰ ਦੇ ਐਡੀਟਰ ਨੂੰ ਇੱਕ ਲੈਟਰ ਲਿਖ ਕੇ ਆਪਣੇ ਵਿਚਾਰ ਐਕਸਪ੍ਰੈਸ ਕਰਨੇ ਹੈ। ਕਾਹਦੇ ਬਾਰੇ? ਜੋ ਐਗਜ਼ਾਮ ਦੇ ਵਿੱਚ ਅਨੁਚਿਤ ਤਰੀਕੇ ਵਰਤੇ ਜਾ ਰਹੇ ਹੈ, ਜੋ ਦਿਨੋਂ ਦਿਨ ਵੱਧ ਰਹੇ ਹੈ। ਲਿਖਣ ਦੇ ਲਈ ਫਸਟ ਸਟੈਪ ਹੈ ਸੈਂਡਰਸ ਐਡਰੈਸ, ਚਿੱਠੀ ਲਿਖਣ ਵਾਲੇ ਦਾ ਪਤਾ। ਤਾਂ ਅਗਰ ਆਪਾਂ ਇਸ ਲੈਟਰ ਨੂੰ ਪੜ੍ਹਦੇ ਹਾਂ ਤਾਂ ਆਪਾਂ ਇਹ ਵੇਖਦੇ ਹਾਂ ਕਿ ਜਿਹੜਾ ਚਿੱਠੀ ਲਿਖਣ ਵਾਲਾ ਬੰਦਾ ਹੈ ਉਹ ਕੌਣ ਹੈ ਤੇ ਉਹਦਾ ਐਡਰੈਸ ਕੀ ਹੈ। ਤਾਂ ਕੁਐਸਚਨ 'ਚ ਆਪਾਂ ਦੇਖਿਆ ਨਾਮ ਆਪਣਾ ਦਿੱਤਾ ਹੋਇਆ ਹੈ ਹਰਮਨ, ਤੇ ਉਹਦਾ ਐਡਰੈਸ ਦਿੱਤਾ ਹੋਇਆ ਹੈ 1802 ਗ੍ਰੈਂਡ ਐਵਨਿਊ ਮੋਹਾਲੀ। ਤਾਂ ਜਦੋਂ ਅਸੀਂ ਲੈਟਰ ਸਟਾਰਟ ਕਰਨੀ ਹੈ ਤਾਂ ਸਭ ਤੋਂ ਪਹਿਲਾਂ ਅਸੀਂ ਸੈਂਡਰਸ ਐਡਰੈਸ ਲਿਖਣਾ ਹੈ। ਤਾਂ ਆਪਣੇ ਕੁਐਸਚਨ 'ਚ ਸੈਂਡਰਸ ਐਡਰੈਸ, ਚਿੱਠੀ ਲਿਖਣ ਵਾਲੇ ਦਾ ਪਤਾ ਹੈ 1802 ਗ੍ਰੈਂਡ ਐਵਨਿਊ ਮੋਹਾਲੀ। ਇਹ ਆਪਾਂ ਸਭ ਤੋਂ ਪਹਿਲਾਂ ਐਡਰੈਸ ਲਿਖਣਾ ਹੈ। ਐਡਰੈਸ ਲਿਖਣ ਦੇ ਲਈ ਜ਼ਿਆਦਾ ਤੋਂ ਜ਼ਿਆਦਾ ਆਪਾਂ 3 ਲਾਈਨਾਂ ਦਾ ਯੂਜ਼ ਕਰਨਾ ਹੈ, ਪਰ ਜੇ 2 ਦੇ ਵਿੱਚ ਪੂਰਾ ਆ ਜਾਏ ਤਾਂ ਵੀ ਠੀਕ ਹੈ। ਮੰਨ ਲਓ ਕੁਐਸਚਨ ਦੇ ਵਿੱਚ ਤੁਹਾਨੂੰ ਲਿਖਣ ਵਾਲੇ ਦਾ ਐਡਰੈਸ ਨਹੀਂ ਦਿੱਤਾ, ਤਾਂ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਇੱਥੇ ਕੁਝ ਨਹੀਂ ਲਿਖਣਾ। ਫਿਰ ਅਸੀਂ ਇੱਥੇ ਆਪਣੀ ਮਰਜ਼ੀ ਦਾ ਐਡਰੈਸ ਲਿਖ ਸਕਦੇ ਹਾਂ। ਅਸੀਂ ਇੱਥੇ ਐਗਜ਼ਾਮੀਨੇਸ਼ਨ ਹਾਲ ਤੇ ਨਾਲ ਅਸੀਂ ਇੱਥੇ ਡਾਟ ਪਾ ਕੇ XYZ ਲਿਖ ਸਕਦੇ ਹਾਂ। ਉਸ ਤੋਂ ਅਗਲਾ ਸਟੈਪ, ਫਿਰ ਆਪਾਂ ਇੱਕ ਲਾਈਨ ਖਾਲੀ ਛੱਡਣੀ ਹੈ, ਤੇ ਉਸ ਤੋਂ ਅਗਲਾ ਸਟੈਪ ਹੈ ਡੇਟ ਲਿਖਣ ਦਾ। ਡੇਟ ਨੂੰ ਲਿਖਣ ਦੇ ਲਈ ਪਹਿਲਾਂ ਆਪਾਂ ਡੇਟ ਲਿਖਾਂਗੇ, ਫਿਰ ਮਹੀਨਾ ਤੇ ਫਿਰ ਸਾਲ। ਇਹ ਲਿਖਣ ਤੋਂ ਬਾਅਦ ਦੁਬਾਰਾ ਫਿਰ ਆਪਾਂ ਇੱਕ ਲਾਈਨ ਖਾਲੀ ਛੱਡ ਦੇਣੀ ਹੈ। ਤਾਂ ਆਪਣੀਆਂ 2 ਚੀਜ਼ਾਂ ਕਲੀਅਰ ਹੋ ਗਈਆਂ, ਸੈਂਡਰਸ ਐਡਰੈਸ ਤੇ ਡੇਟ। ਤੇ ਹੁਣ ਅਗਲਾ ਸਟੈਪ ਹੈ ਆਪਾਂ ਇਹ ਦੇਖਣਾ ਹੈ ਕਿ ਲੈਟਰ ਲਿਖਣੀ ਕਿਹਨੂੰ ਹੈ। ਤਾਂ ਆਪਾਂ ਇਹਦੇ ਵਿੱਚੋਂ ਵੇਖਦੇ ਹਾਂ ਰਾਈਟ ਏ ਲੈਟਰ ਟੂ ਦਾ ਐਡੀਟਰ ਆਫ ਏ ਨਿਊਜ਼ਪੇਪਰ। ਇਹ ਲੈਟਰ ਆਪਾਂ ਲਿਖਣੀ ਕਿਹਨੂੰ ਹੈ? ਐਡੀਟਰ ਨੂੰ ਲਿਖਣੀ ਹੈ, ਕਿਸੇ ਨਿਊਜ਼ਪੇਪਰ ਦੇ ਐਡੀਟਰ ਨੂੰ ਲਿਖਣੀ ਹੈ। ਹੁਣ ਜਿਹੜਾ ਨਿਊਜ਼ਪੇਪਰ ਦਾ ਐਡੀਟਰ ਹੈ ਉਹਦਾ ਕੋਈ ਕਿਤੇ ਨਾ ਕਿਤੇ ਆਫਿਸ ਵੀ ਹੋਏਗਾ, ਤਾਂ ਆਪਾਂ ਉਸ ਜਗ੍ਹਾ ਦਾ ਨਾਮ ਵੀ ਲਿਖਣਾ ਹੈ। ਸੋ ਤੀਸਰਾ ਸਟੈਪ ਹੋ ਗਿਆ, ਜਿਹਨੂੰ ਚਿੱਠੀ ਮਿਲਣੀ ਹੈ ਉਹਨੂੰ ਆਪਾਂ ਰਿਸੀਵਰਸ ਐਡਰੈਸ ਬੋਲਦੇ ਹਾਂ, ਚਿੱਠੀ ਪ੍ਰਾਪਤ ਕਰਨ ਵਾਲੇ ਦਾ ਐਡਰੈਸ। ਤਾਂ ਇਹਦੇ ਵਿੱਚ ਕੌਣ ਹੈ? ਇੱਥੇ ਵੀ ਆਪਾਂ ਇੱਕ ਲਾਈਨ ਛੱਡ ਕੇ ਹੀ ਸ਼ੁਰੂ ਕਰਨਾ ਹੈ, ਦਾ ਐਡੀਟਰ। ਫਿਰ ਆਪਾਂ ਨਿਊਜ਼ਪੇਪਰ ਦਾ ਨਾਮ ਪਾਣਾ ਹੈ, ਕੋਈ ਮਰਜ਼ੀ ਆਪਾਂ ਨਿਊਜ਼ਪੇਪਰ ਲਿਖ ਦਈਏ। ਤਾਂ ਮੈਂ ਲਿਖ ਦਿੱਤਾ ਇੱਥੇ
ਦਾ ਟ੍ਰਿਬਿਊਨ। ਹੁਣ ਆਪਾਂ ਇਸ ਤੋਂ ਅਗਲੀ ਲਾਈਨ ਦੇ ਵਿੱਚ ਕੀ ਲਿਖਣਾ ਹੈ, ਜਿੱਥੇ ਉਹਨਾਂ ਦਾ ਹੈੱਡ ਆਫਿਸ ਹੈ। ਹੈੱਡ ਆਫਿਸ ਮੈਂ ਲਿਖਤਾ ਚੰਡੀਗੜ੍ਹ। ਸੋ ਇਹ ਆ ਗਿਆ ਚਿੱਠੀ ਪ੍ਰਾਪਤ ਕਰਨ ਵਾਲੇ ਦਾ ਐਡਰੈਸ। ਬਾਅਦ ਆਪਾਂ ਫਿਰ ਇੱਕ ਲਾਈਨ ਨੂੰ ਖਾਲੀ ਛੱਡ ਦੇਣਾ ਹੈ। ਤਾਂ ਉਸ ਤੋਂ ਬਾਅਦ ਸੈਲੂਟੇਸ਼ਨ, ਤਾਂ ਆਪਾਂ ਲਿਖਾਂਗੇ ਡੀਅਰ ਸਰ। ਕੱਲਾ ਸਰ ਵੀ ਲਿਖ ਸਕਦੇ ਹੋ, ਡੀਅਰ ਸਰ ਵੀ ਲਿਖ ਸਕਦੇ ਹੋ। ਉਸ ਤੋਂ ਬਾਅਦ ਫਿਰ ਇੱਕ ਲਾਈਨ ਖਾਲੀ ਛੱਡ ਦੇਣੀ ਹੈ ਤੇ ਫਿਰ ਆਪਾਂ ਲਿਖਣਾ ਹੈ ਇਹ ਲੈਟਰ ਕਿਸ ਬਾਰੇ ਹੈ। ਤਾਂ ਉਹਨੂੰ ਲਿਖਣ ਦੇ ਲਈ ਆਪਾਂ ਲਿਖਾਂਗੇ ਸਬਜੈਕਟ। ਜੀ ਸਬਜੈਕਟ ਕੀ ਸੀਗਾ, ਮਤਲਬ ਹੈ ਕਿ ਇਹ ਲੈਟਰ ਕਾਹਦੇ ਬਾਰੇ ਹੈ। ਤਾਂ ਆਪਾਂ ਕੁਐਸਚਨ ਦੇ ਵਿੱਚ ਕੀ ਦੇਖਿਆ ਸੀ ਕਿ ਲੈਟਰ ਕਾਹਦੇ ਬਾਰੇ ਹੈ, ਕਿ ਅਸੀਂ ਐਗਜ਼ਾਮ ਦੇ ਵਿੱਚ ਜਿਹੜੇ ਅਨੁਚਿਤ ਤਰੀਕੇ ਵਰਤੇ ਜਾਂਦੇ ਆ ਉਹਨਾਂ ਬਾਰੇ ਆਪਣੇ ਵਿਊਜ਼ ਐਕਸਪ੍ਰੈਸ ਕਰਨੇ ਸੀ। ਤਾਂ ਇਹ ਸਾਡਾ ਸਬਜੈਕਟ ਹੈ। ਯੂਜ਼ ਆਫ ਅਨਫੇਅਰ ਮੀਨਸ ਇਨ ਦਾ ਐਗਜ਼ਾਮੀਨੇਸ਼ਨ, ਉਹ ਅਸੀਂ ਇੱਥੋਂ ਵੇਖ ਕੇ ਤੇ ਸਬਜੈਕਟ ਦੇ ਵਿੱਚ ਕਾਪੀ ਪੇਸਟ ਕਰ ਦੇਣਾ ਹੈਗਾ। ਇਹ ਮੈਂ ਲਿਖ ਦਿੱਤਾ ਹੈ। ਸਾਨੂੰ ਜਿਹੜੇ ਨੰਬਰ ਮਿਲਦੇ ਆ ਉਹ ਸਟੈਪ ਵਾਈਜ਼ ਮਿਲਦੇ ਆ। ਤਾਂ ਇੱਥੋਂ ਤੱਕ ਜਿਹੜੀ ਅਸੀਂ ਲੈਟਰ ਲਿਖ ਲਈ ਹੈ, ਇੰਨੇ ਨੰਬਰ ਸਾਡੇ ਇਸ ਵਿੱਚੋਂ ਸਾਨੂੰ ਇਹਦੇ ਮਿਲ ਹੀ ਜਾਣੇ ਆ। ਜਿਹ 'ਚ ਅਸੀਂ ਕੁਝ ਵੀ ਯਾਦ ਨਹੀਂ ਸੀ ਕੀਤਾ, ਸਿਰਫ ਕੁਐਸਚਨ ਦੇ ਵਿੱਚੋਂ ਵੇਖ ਕੇ ਕਾਲਮ ਪੂਰੇ ਕੀਤੇ ਸੀਗੇ। ਜੀ ਬੇਟੇ ਇੱਕ ਗੱਲ ਹੋਰ, ਆਪਾਂ ਜਿਹੜਾ ਸੈਲੂਟੇਸ਼ਨ ਤੇ ਸਬਜੈਕਟ ਲਿਖਿਆ ਹੈ, ਇਹਨਾਂ ਨੂੰ ਆਪਾਂ ਅੱਗੇ ਪਿੱਛੇ ਵੀ ਕਰ ਸਕਦੇ ਹਾਂ। ਸਬਜੈਕਟ ਪਹਿਲਾਂ ਤੇ ਸੈਲੂਟੇਸ਼ਨ ਬਾਅਦ ਵਿੱਚ ਵੀ ਲਿਖ ਸਕਦੇ ਹਾਂ। ਇਹ ਦੋ ਚੀਜ਼ਾਂ ਇੰਟਰਚੇਂਜ ਵੀ ਕੀਤੀਆਂ ਜਾ ਸਕਦੀਆਂ। ਹੁਣ ਗੱਲ ਕਰਦੇ ਹਾਂ ਆਪਾਂ ਇਸ ਦੀ ਬਾਡੀ ਕਿਸ ਤਰ੍ਹਾਂ ਲਿਖਣੀ ਹੈ। ਆਪਾਂ ਨੂੰ ਮੰਨ ਲਓ ਕੋਈ ਵੀ ਲੈਟਰ ਯਾਦ ਨਹੀਂ ਹੈ, ਤਾਂ ਆਪਾਂ 2-3 ਲਾਈਨਾਂ ਜਿਹੜੀਆਂ ਹੈਗੀਆਂ ਉਹ ਪੱਕੀਆਂ ਯਾਦ ਕਰ ਲੈਣੀਆਂ ਤੇ ਲੈਟਰ ਕੋਈ ਵੀ ਆ ਜੇ ਉਹੀ ਆਪਾਂ ਲਿਖ ਦੇਣੀ ਹੈ। ਸੋ ਉਹ ਹੁਣ ਲਾਈਨਸ ਕਿਹੜੀਆਂ-ਕਿਹੜੀਆਂ, ਜਦੋਂ ਆਪਾਂ ਲੈਟਰ ਦੀ ਬਾਡੀ ਲਿਖਦੇ ਹਾਂ ਤਾਂ ਸਭ ਤੋਂ ਪਹਿਲਾਂ ਅਸੀਂ ਕੁਝ ਓਪਨਿੰਗ ਲਿਖਣੀ ਹੁੰਦੀ ਹੈ। ਤਾਂ ਜਦੋਂ ਵੀ ਆਪਾਂ ਐਡੀਟਰ ਨੂੰ ਕੋਈ ਲੈਟਰ ਲਿਖਾਂਗੇ ਤਾਂ ਹਰ ਵਾਰ ਸਾਡੀ ਪਹਿਲੀ ਲਾਈਨ ਕੀ ਹੋਏਗੀ, I would like to share my views about। ਇੱਥੋਂ ਤੱਕ ਆਪਾਂ ਲਾਈਨ ਹਰ ਇੱਕ ਦੀ ਇਹੀ ਲਿਖਣੀ ਆ, I would like to share my views about। ਮੈਂ ਆਪਣੇ ਵਿਚਾਰ ਸ਼ੇਅਰ ਕਰਨਾ ਚਾਹੂੰਗਾ। ਅਬਾਊਟ ਤੋਂ ਬਾਅਦ ਆਪਾਂ ਕੀ ਕਰਨਾ, ਜਿਹੜਾ ਸਬਜੈਕਟ ਲਿਖਿਆ ਹੋਇਆ ਸੀਗਾ ਆਹ ਵਾਲੀ ਲਾਈਨ, ਇਸੇ ਨੂੰ ਇੱਥੇ ਅੱਗੇ ਆਪਾਂ ਦੁਬਾਰਾ ਲਿਖ ਦੇਣਾ ਹੈ, ਅਬਾਊਟ ਯੂਜ਼ ਆਫ ਅਨਫੇਅਰ ਮੀਨਸ ਇਨ ਐਗਜ਼ਾਮੀਨੇਸ਼ਨ। ਇਸੇ ਨੂੰ ਸਬਜੈਕਟ ਵਾਲੀ ਲਾਈਨ ਨੂੰ ਲਿਖ ਦੇਣਾ ਹੈ। ਉਸ ਤੋਂ ਬਾਅਦ ਆਪਾਂ 2 ਲਾਈਨਸ ਹੋਰ ਯਾਦ ਕਰ ਲੈਣੀਆਂ। ਇਟ ਇਜ਼ ਅ ਬਿਗ ਪ੍ਰੋਬਲਮ, ਇਹ ਬਹੁਤ ਵੱਡੀ ਪ੍ਰੋਬਲਮ ਹੈ। ਇਟ ਇਜ਼ ਗਰੋਇੰਗ ਐਵਰੀ ਡੇ, ਹਰ ਰੋਜ਼ ਵੱਧ ਰਹੀ ਹੈ। ਦ ਪ੍ਰੋਬਲਮ ਨੀਡਸ ਅਰਜੈਂਟ ਸੋਲਿਊਸ਼ਨ, ਤਾਂ ਜਿਹੜੀ ਇਹ ਸਮੱਸਿਆ ਹੈ ਇਹਨੂੰ ਤੁਰੰਤ ਹੀ ਹੱਲ ਕੀਤਾ ਜਾਣ ਦੀ ਲੋੜ ਹੈ। ਹੁਣ ਕਲੋਜ਼ਿੰਗ ਲਾਈਨਸ ਕੀ ਹੈ, ਇਟ ਵਿਲ ਬੀ ਗੁੱਡ ਇਫ ਯੂ ਪਬਲਿਸ਼ ਦਿਸ ਇਨ ਯੂਅਰ ਨਿਊਜ਼ਪੇਪਰ। ਅੱਛਾ ਹੋਏਗਾ ਜੇਕਰ ਤੁਸੀਂ ਇਸ ਨੂੰ ਆਪਣੇ ਨਿਊਜ਼ਪੇਪਰ ਵਿੱਚ ਪਬਲਿਸ਼ ਕਰਦੇ ਹੋ ਤਾਂ। ਐਂਡ ਦਾ ਕੰਸਰਨਡ ਅਥਾਰਟੀਜ਼, ਕੰਸਰਨਡ ਅਥਾਰਟੀਜ਼ ਕਿਹੜੀਆਂ, ਕੰਸਰਨਡ ਸੰਬੰਧਿਤ ਤੇ ਅਥਾਰਟੀਜ਼ ਅਧਿਕਾਰੀ, ਤੇ ਸੰਬੰਧਿਤ ਅਧਿਕਾਰੀ ਸੀ ਦਾ ਗ੍ਰੈਵਿਟੀ ਆਫ ਦਿਸ ਮੈਟਰ, ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੈ। ਗ੍ਰੈਵਿਟੀ ਹੁੰਦਾ ਗੰਭੀਰਤਾ। ਥੈਂਕਿੰਗ ਯੂ, ਯੂਅਰਸ ਫੇਥਫੁਲੀ ਜਾਂ ਟਰੂਲੀ ਜਾਂ ਸਿੰਸੀਅਰਲੀ ਲਗਾ ਦੇਣੇ, ਪਰ ਇਹਨਾਂ ਲੈਟਰਸ ਦੇ ਵਿੱਚ ਓਬੀਡੀਐਂਟਲੀ ਨਹੀਂ ਲਗਾਉਣਾ ਤੇ ਉਸ ਤੋਂ ਬਾਅਦ ਆਪਣਾ ਨਾਮ ਲਿਖ ਦੇਣਾ ਹੈ। ਇਸ ਤਰੀਕੇ ਦੇ ਨਾਲ ਅਸੀਂ ਕੋਈ ਵੀ ਲੈਟਰ ਟੂ ਐਡੀਟਰ ਲਿਖ ਸਕਦੇ ਹਾਂ। ਬਸ ਆਪਾਂ ਆਹ 3 ਲਾਈਨਸ ਹੈ ਜਿਹੜੀਆਂ ਇਹਨਾਂ ਨੂੰ ਯਾਦ ਕਰ ਲੈਣਾ ਹੈ ਤੇ ਹਰ ਲੈਟਰ ਦੇ ਵਿੱਚ ਇਹਨਾਂ ਨੂੰ ਯੂਜ਼ ਕਰਨਾ ਹੈ। ਸੋ ਨੈਕਸਟ ਵੀਡੀਓ ਦੇ ਵਿੱਚ ਆਪਾਂ ਕੁਝ ਹੋਰ ਲੈਟਰਸ ਨੂੰ ਡਿਸਕਸ ਕਰਾਂਗੇ। ਥੈਂਕ ਯੂ, ਹੈਵ ਅ ਨਾਈਸ ਡੇ।